मोहतरम काश्तकार भाईओ अस्सलाम वालेकुम। ਅੱਜ ਆਪਾਂ ਜਿਹੜੀ ਬਹਾਰੀਆ ਮਕਈ ਹੁੰਦੀ ਹੈ ਉਹਦੇ ਹਵਾਲੇ ਨਾਲ ਤਫਸੀਲ ਨਾਲ ਗੱਲ ਕਰਾਂਗੇ। ਬਹਾਰੀਆ ਮਕਈ ਪੰਜਾਬ ਵਿੱਚ ਬਹੁਤ ਜ਼ਿਆਦਾ ਰਕਬੇ ਤੇ ਲਗਾਈ ਜਾਂਦੀ ਹੈ। ਉਸ ਹਵਾਲੇ ਨਾਲ ਜੋ ਸਭ ਤੋਂ ਅਹਿਮ ਗੱਲ ਹੈ ਉਹ ਆ ਹੈ ਕਿ ਜਿਹੜੀ ਵੈਰਾਈਟੀ ਹੈ ਉਹ ਹਾਈਬ੍ਰਿਡ ਹੋਵੇ ਔਰ ਅੱਛੀ ਵੈਰਾਈਟੀ ਹੋਵੇ, ਉਹਦੇ ਨਾਲ ਆਪਣੀ ਪੈਦਾਵਾਰ 120 ਮਣ ਤੋਂ ਵੀ ਜ਼ਿਆਦਾ ਆ ਸਕਦੀ ਹੈ। ਮਾਰਕੀਟ ਵਿੱਚ ਇਸ ਵਕਤ 3 ਵੈਰਾਈਟੀਆਂ ਸਭ ਤੋਂ ਜ਼ਿਆਦਾ ਪੈਦਾਵਾਰ ਦੇ ਰਹੀਆਂ ਨੇ ਫੀਲਡ ਵਿੱਚ। ਉਹਨਾਂ ਵਿੱਚ ਸੈਜੈਂਟਾ ਕੰਪਨੀ ਦੀ 8441, ਅਗਰ ਆਪਾਂ ਪਾਇਨੀਅਰ ਕੰਪਨੀ ਦੇ ਲਵਾਂਗੇ ਤੇ P1429, ਅਗਰ ਆਪਾਂ ਡੈਕਾਲ ਜਾਂ ਜਿਹਨੂੰ ਮੋਨਸੈਂਟੋ ਵੀ ਆਖਿਆ ਜਾਂਦਾ ਹੈ, ਮੋਨਸੈਂਟੋ ਕੰਪਨੀ ਦੀ ਲਵਾਂਗੇ ਤੇ 7024। ਆ 3 ਵੈਰਾਈਟੀਆਂ ਦੀ ਪੈਦਾਵਾਰ ਦੀ ਜਿਹੜੀ ਪੋਟੈਂਸ਼ੀਅਲ ਹੈ ਉਹ 120 ਮਣ ਫੀ ਏਕੜ ਤੋਂ ਜ਼ਿਆਦਾ ਹੈ ਅਗਰ ਅੱਛੀ ਮੈਨੇਜਮੈਂਟ ਕੀਤੀ ਜਾਵੇ। ਜਿਹੜਾ ਇਹਦਾ ਬਿਹਤਰੀਨ ਵਕਤ ਤੇ ਟਾਈਮ ਹੈ ਕਿ ਜਿਸ ਟਾਈਮ ਤੇ ਆਪਾਂ ਸੋਇੰਗ ਕਰੀਏ ਸਭ ਤੋਂ ਜ਼ਿਆਦਾ ਅੱਛੀ ਪੈਦਾਵਾਰ ਆਏ, ਉਹ ਹੈ 15 ਜਨਵਰੀ ਤੋਂ ਲੈ ਤੇ 15 ਫਰਵਰੀ ਤੱਕ। ਮਗਰ 28 ਫਰਵਰੀ ਤੱਕ ਵੀ ਪੈਦਾਵਾਰ ਠੀਕ ਆ ਸਕਦੀ ਹੈ। ਕੋਸ਼ਿਸ਼ ਕਰਨੀ ਹੈ ਕਿ ਮਾਰਚ ਦੇ ਮਹੀਨੇ 'ਚ ਮਕਈ ਕਾਸ਼ਤ ਨਾ ਕੀਤੀ ਜਾਵੇ, ਕਿਉਂਕਿ ਮਕਈ ਅਗਰ ਮਾਰਚ ਦੇ ਮਹੀਨੇ 'ਚ ਆਪਾਂ ਕਾਸ਼ਤ ਕਰਾਂਗੇ ਤੇ ਪੈਦਾਵਾਰ ਜਿਹੜੀ ਹੈ ਨਾ ਬਹੁਤ ਜ਼ਿਆਦਾ ਕਮ ਆਏਗੀ ਔਰ ਨੁਕਸਾਨ ਦਾ ਵੀ ਡਰ ਹੈ। ਰੇਤਲੀ ਜ਼ਮੀਨ ਔਰ ਕਲਰ ਵਾਲੀ ਜ਼ਮੀਨ ਤੋਂ ਇਲਾਵਾ ਹਰ ਤਰ੍ਹਾਂ ਦੀ ਜ਼ਮੀਨ ਤੇ ਮਕਈ ਬਿਹਤਰੀਨ ਪੈਦਾਵਾਰ ਦੇ ਸਕਦੀ ਹੈ। ਮਕਈ ਦਾ ਜੋ ਬੀਜ ਹੈ ਉਹਨੂੰ ਅਮੀਡਾ ਕਲੋਪ੍ਰਿਡ 70WS 5 ਗ੍ਰਾਮ ਫੀ ਕਿਲੋਗ੍ਰਾਮ ਦੇ ਹਿਸਾਬ ਨਾਲ ਦਵਾਈ ਲਗਾ ਲੈਣੀ ਹੈ। ਉਸ ਤੋਂ ਬਾਅਦ ਜ਼ਮੀਨ ਅੱਛੇ ਤਰੀਕੇ ਨਾਲ ਤਿਆਰ ਕਰਤੇ ਪਟੜੀਆਂ ਨਿਕਾਲ ਲੈਣੀਆਂ ਨੇ, ਜਿਹਨੂੰ ਬੈਡ ਸੋਇੰਗ ਵੀ ਆਖਿਆ ਜਾਂਦਾ ਹੈ ਔਰ ਕੋਠਾ ਵੀ ਆਖਿਆ ਜਾਂਦਾ ਹੈ। ਔਰ ਕੋਠੇ ਦੇ ਜੋ ਹੈ ਸ਼ਮਾਲਨ ਜਨੂਬਨ, ਉਸ ਤਰ੍ਹਾਂ ਉਹਦੇ ਕੋਠਾ ਕੱਢਿਆ ਜਾਏਗਾ ਸ਼ਮਾਲਨ ਜਨੂਬਨ। ਬੈਡ ਸੋਇੰਗ ਦੇ ਮਤਲਬ ਕਿ ਰੇਜਰ ਨਾਲ ਉਹਦੇ ਬੈਡ ਬਣਾਏ ਜਾਣਗੇ। ਉਸ ਤੋਂ ਬਾਅਦ ਉਹਦੇ 'ਚ ਤੁਸੀਂ ਪਾਣੀ ਲਗਾਓਗੇ। ਪਾਣੀ ਲਗਾਉਣ ਤੋਂ ਬਾਅਦ ਜਿਹੜੀ ਪਾਣੀ ਦੀ ਲਾਭ ਦਾ ਜਿੱਥੇ ਵੱਤਰ ਆਉਂਦਾ ਹੈ, ਜਿਹੜਾ ਬਿਹਤਰੀਨ ਵੱਤਰ ਜਿਹਨੂੰ ਆਖਿਆ ਜਾਂਦਾ ਹੈ, ਉਸ ਜਗ੍ਹਾ ਤੇ ਮਕਈ ਦਾ ਇੱਕ ਬੀਜ 7 ਇੰਚ 7 ਤੋਂ 8 ਇੰਚ ਦੇ ਫਾਸਲੇ ਤੇ ਇੱਕ ਬੀਜ ਲਗਾਉਂਦੇ ਜਾਣਾ ਹੈ। 8 ਇੰਚ ਤੋਂ ਜ਼ਿਆਦਾ ਫਾਸਲਾ ਨਾ ਹੋਵੇ ਔਰ 7 ਤੋਂ ਕਮ ਨਾ ਹੋਵੇ। ਉਸ ਤੋਂ ਬਾਅਦ ਇਹਦੇ ਤੇ ਆ ਜਾਂਦਾ ਹੈ ਜੜੀ ਬੂਟੀਆਂ ਦੇ ਹਵਾਲੇ ਨਾਲ। ਕਿਸ ਤਰ੍ਹਾਂ ਆਪਾਂ ਬਜਾਈ ਮੁਕੰਮਲ ਕਰ ਲੈਣੀ ਹੈ, 24 ਘੰਟਿਆਂ ਦੇ ਅੰਦਰ ਅੰਦਰ ਆਪਾਂ ਨੂੰ ਉਹਦੇ ਉੱਪਰ ਸਪਰੇਅ ਕਰਨਾ ਪਵੇਗਾ ਗੰਦ ਮਾਰਨ ਵਾਲਾ, ਜੜੀ ਬੂਟੀਆਂ ਨੂੰ ਕੰਟਰੋਲ ਕਰਨ ਵਾਲਾ। ਉਸ ਹਵਾਲੇ ਨਾਲ ਅਸੀਟਾਕਲੋਰ 500 ml, ਉਹਦੇ ਵਿੱਚ ਇੱਕ ਹੋਰ ਦਵਾਈ ਮਿਲਾ ਲੈਣੀ ਹੈ ਜਿਹਨੂੰ ਆਖਿਆ ਜਾਂਦਾ ਹੈ ਪੈਂਡੀਮੈਥਾਲਿਨ, ਉਹ ਵੀ 500 ml। ਉਸ ਤਰ੍ਹਾਂ ਦੋਨੋਂ ਮਹਿਲੂਲ ਬਣ ਜਾਣਗੇ 1000 ml ਔਰ 1000 ml, ਜਿਹਦੇ 'ਚ 500 ml ਅਸੀਟਾਕਲੋਰ ਹੈ ਔਰ 500 ml ਪੈਂਡੀਮੈਥਾਲਿਨ ਹੈ। ਆ ਫੀ ਏਕੜ ਦੇ ਹਿਸਾਬ ਨਾਲ ਮਕਈ ਦੀ ਫਸਲ ਤੇ 24 ਘੰਟਿਆਂ ਦੇ ਬਜਾਈ ਦੇ 24 ਘੰਟਿਆਂ ਦੇ ਅੰਦਰ ਅੰਦਰ ਸਪਰੇਅ ਕਰ ਦਿੱਤਾ ਜਾਏਗਾ। ਉਸ ਤੋਂ ਬਾਅਦ ਕਿਸਲੇ ਜਰਮੀਨੇਸ਼ਨ ਹੋ ਜਾਏਗੀ, ਤਕਰੀਬਨ ਆਪਣੇ ਪੌਦੇ ਕਿਸਲੇ 2-2 ਇੰਚ ਦੇ ਹੋ ਚੁੱਕੇ ਹੋਣਗੇ, ਉਸਲੇ ਉਹਦੇ ਤੇ ਆਪਾਂ ਬਾਈਫੈਂਥਰੀਨ ਦਾ ਸਪਰੇਅ ਕਰਨਾ ਹੈ। ਕਿਉਂਕਿ ਆਪਣੀ ਬਹਾਰੀਆ ਮਕਈ ਹੈ, ਬਹਾਰੀਆ ਮਕਈ ਤੇ ਸ਼ੂਟ ਫਲਾਈ ਦਾ ਸ਼ਦੀਦ ਅਟੈਕ ਹੁੰਦਾ ਹੈ। ਸ਼ੂਟ ਫਲਾਈ ਨੂੰ ਕੰਟਰੋਲ ਕਰਨ ਵਾਸਤੇ ਕਿਸਲੇ ਆਪਣੀ 2 ਇੰਚ ਦੀ ਮਕਈ ਹੋਵੇਗੀ, ਉਹਦੇ ਤੇ ਆਪਾਂ 250 ml ਫੀ ਏਕੜ ਦੇ ਹਿਸਾਬ ਨਾਲ ਬਾਈਫੈਂਥਰੀਨ ਇਹਦਾ ਸਪਰੇਅ ਕਰਨਾ ਹੈ। ਬਾਈਫੈਂਥਰੀਨ ਦੇ ਸਪਰੇਅ ਤੋਂ ਠੀਕ 5 ਦਿਨਾਂ ਬਾਅਦ ਕਿਸਲੇ ਆਪਣੀ ਮਕਈ 4 ਇੰਚ ਦੀ ਹੋ ਚੁੱਕੀ ਹੋਵੇਗੀ, 4 ਤੋਂ 5 ਇੰਚ ਦੀ, ਉਸਲੇ ਵੀ ਉਹਨੂੰ ਇੱਕ ਹੋਰ ਸਪਰੇਅ ਬਾਈਫੈਂਥਰੀਨ ਦਾ ਕਰ ਦੇਣਾ ਹੈ। ਮਗਰ ਇਸ ਦਫਾ ਬਾਈਫੈਂਥਰੀਨ ਦੀ ਮਿਕਦਾਰ 330 ml ਫੀ ਏਕੜ ਰੱਖਾਂਗੇ। ਇਸ ਤੋਂ ਬਾਅਦ ਅੱਗੇ ਗੱਲ ਆ ਜਾਂਦੀ ਹੈ ਖਾਦਾਂ ਦੇ ਹਵਾਲੇ ਨਾਲ। ਕੋਸ਼ਿਸ਼ ਕਰਨੀ ਹੈ ਕਿ ਬਜਾਈ ਦੇ ਵਕਤ ਹੀ 2 ਬੋਰੀ DAP ਔਰ 1 ਬੋਰੀ ਪੋਟਾਸ਼ ਉਹ ਪਾ ਦਿੱਤੀ ਜਾਵੇ। ਔਰ ਕਿਸਲੇ ਆਪਣੇ ਇੱਕ ਗਿੱਠ ਦੀ ਮਕਈ ਹੋ ਚੁੱਕੀ ਹੋਵੇਗੀ, ਉਸਲੇ ਉਹਨੂੰ 1 ਬੋਰੀ ਯੂਰੀਆ, ਉਹਦੇ ਵਿੱਚ 3 ਕਿਲੋ ਸਲਫਰ, ਉਹ ਬਜ਼ਰੀਆ ਡਰਮ ਪਾਣੀ 'ਚ ਮਿਕਸ ਕਰਤੇ ਤੁਸੀਂ ਕਿਸਲੇ ਆਪਣੀ 1
ਫੁੱਟ ਦੀ ਜਾਂ 7 ਇੰਚ 8-10 ਇੰਚ ਦੀ ਕਿਸਲੇ ਆਪਣੀ ਮਕਈ ਹੋ ਚੁੱਕੀ ਹੋਵੇਗੀ, ਉਸ ਲਈ ਉਹਨੂੰ 1 ਬੋਰੀ ਯੂਰੀਆ ਪਲੱਸ 3 ਕਿਲੋ ਸਲਫਰ ਫੀ ਏਕੜ ਲਗਾ ਦੇਣਾ। ਸਲਫਰ ਲਗਾਉਣ ਤੋਂ ਬਾਅਦ ਦੂਸਰੇ ਤੋਂ ਤੀਸਰੇ ਦਿਨ ਬਾਅਦ ਉਹਦੇ ਤੇ ਆਪਾਂ ਕਾਰਬੋਫਿਊਰਾਨ 1 ਥੈਲੀ, ਕਾਰਬੋਫਿਊਰਾਨ 1 ਥੈਲੀ ਦੇ ਵਿੱਚ ਤੁਸੀਂ ਪਾ ਲੈਣਾ ਲਿਓਫਿਨੋਰਾਨ 50 ml, ਲਿਓਫਿਨੋਰਾਨ 50 ml ਔਰ ਕਾਰਬੋਫਿਊਰਾਨ 1 ਥੈਲੀ, ਇਹਨੂੰ ਆਪਸ ਵਿੱਚ ਮਿਕਸ ਕਰ ਲੈਣਾ, ਛਾਵੇਂ ਨੂੰ ਸੁਕਾ ਲੈਣਾ। ਛਾਵੇਂ ਸੁਕਾਉਣ ਤੋਂ ਬਾਅਦ ਲੇਬਰ ਨੂੰ ਕਹਿਣਾ ਹੈ ਕਿ ਉਹ ਕੰਪਲ ਦੇ ਵਿੱਚ ਕਾਰਬੋਫਿਊਰਾਨ ਜ਼ਹਿਰ ਪਾਵੇ, ਮਗਰ ਉਹ ਖਿਆਲ ਰੱਖਣਾ ਹੈ ਕਿ ਲੇਬਰ ਦੇ ਦਸਤਾਨੇ ਪਾਏ ਹੋਣ ਤਾਂ ਕਿ ਕਿਸੇ ਵੀ ਕਿਸਮ ਦਾ ਦਵਾਈ ਦਾ ਸਾਈਡ ਇਫੈਕਟ ਨਾ ਹੋਵੇ। ਕਿਸਲੇ ਕਾਰਬੋਫਿਊਰਾਨ ਲੱਗ ਜਾਏਗੀ, ਉਸ ਤੋਂ 5 ਦਿਨਾਂ ਬਾਅਦ 1 ਬੋਰੀ ਯੂਰੀਆ ਪਲੱਸ 3 ਕਿਲੋ ਜ਼ਿੰਕ ਸਲਫੇਟ ਸੇਮ ਉਸ ਤਰ੍ਹਾਂ ਡਰਮ ਵਿੱਚ ਮਿਕਸ ਕਰਤੇ ਪਾਣੀ ਨਾਲ ਬਜ਼ਰੀਆ ਆਪਸ ਲਗਾ ਦਿੱਤਾ ਜਾਏਗਾ। ਇਸ ਦੌਰਾਨ ਤੁਸੀਂ ਆਹ ਖਿਆਲ ਰੱਖਣਾ ਹੈ ਕਿ ਪਾਣੀ ਦਾ ਜਿਹੜਾ ਵਕਫਾ ਹੈ 8 ਤੋਂ 10 ਦਿਨ ਬਾਅਦ ਤੁਸੀਂ ਪਾਣੀ ਲਗਾਉਂਦੇ ਰਹਿਣਾ ਹੈ। ਉਸ ਤਰ੍ਹਾਂ ਪੌਦੇ ਨੂੰ ਬਿਹਤਰੀਨ ਗਰੋਥ ਹੋਵੇਗੀ ਤੇ ਕਿਸਲੇ ਆਪਣੀ ਫਸਲ ਹੋ ਜਾਏਗੀ 3 ਫੁੱਟ ਦੀ, ਉਸ ਲਈ 1 ਬੋਰੀ ਯੂਰੀਆ ਫੀ ਏਕੜ ਦੇ ਹਿਸਾਬ ਨਾਲ ਦੁਬਾਰਾ ਲਗਾ ਦਿੱਤੀ, ਤੀਸਰੀ ਐਪਲੀਕੇਸ਼ਨ ਕਰ ਦਿੱਤੀ ਜਾਵੇਗੀ ਔਰ ਚੌਥੀ ਐਪਲੀਕੇਸ਼ਨ ਕਰਨੀ ਹੈ ਕਿਸਲੇ ਸਿੱਟਾ ਨਿਕਲ ਰਿਹਾ ਹੋਏਗਾ, ਉਸ ਲਈ 1 ਬੋਰੀ ਯੂਰੀਆ ਵਿੱਚ 3 ਕਿਲੋ SOP ਜਿਹਨੂੰ ਸਲਫੇਟ ਆਫ ਪੋਟਾਸ਼ ਵੀ ਆਖਿਆ ਜਾਂਦਾ ਹੈ, ਉਹ ਲਗਾ ਦਿੱਤੀ ਜਾਏਗੀ ਬਜ਼ਰੀਆ ਡਰਮ ਆਪਾਸ਼ੀ ਦੇ ਨਾਲ। ਕਿਸਲੇ ਸਿੱਟਾ ਨਿਕਲ ਰਿਹਾ ਹੋਏਗਾ ਉਸ ਲਈ ਤੁਸੀਂ ਖਾਸ ਖਿਆਲ ਰੱਖਣਾ ਹੈ ਕਿ ਕਿਸੇ ਵੀ ਕਿਸਮ ਦਾ ਆਪਣਾ ਪਾਣੀ ਦੀ ਕਮੀ ਨਹੀਂ ਆਣੀ ਚਾਹੀਦੀ। ਅਗਰ ਉਸ ਦੌਰਾਨ ਪਾਣੀ ਦੀ ਕਮੀ ਆਉਂਦੀ ਹੈ ਤੇ ਆਪਣਾ ਬਹੁਤ ਜ਼ਿਆਦਾ ਦਾਣਾ ਵੀ ਛੋਟਾ ਹੋ ਸਕਦਾ ਹੈ ਔਰ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਹੈ। ਕਿਸਲੇ ਸਿੱਟਾ ਨਿਕਲ ਰਿਹਾ ਹੋਵੇ ਉਸ ਲਈ ਪਾਣੀ ਦਾ ਦੌਰਾਨੀਆ 4 ਤੋਂ 5 ਦਿਨ ਕਰ ਦਿੱਤਾ ਜਾਏਗਾ, ਕਿਉਂਕਿ ਉਹਨਾਂ ਦਿਨਾਂ ਦਾ ਟੈਂਪਰੇਚਰ ਵੀ ਬਹੁਤ ਜ਼ਿਆਦਾ ਹਾਈ ਹੁੰਦਾ ਹੈ। ਅਗਰ ਉਸ ਦੌਰਾਨ ਆਪਾਂ ਪਾਣੀ ਦੀ ਕਮੀ ਕਰਨੇ ਆ ਤੇ ਟੈਂਪਰੇਚਰ ਜ਼ਿਆਦਾ ਹੋਣ ਦੀ ਵਜ੍ਹਾ ਤੋਂ ਆਪਣਾ ਦਾਣਾ ਛੋਟਾ ਬਣੇਗਾ ਔਰ ਬਹੁਤ ਜ਼ਿਆਦਾ ਨੁਕਸਾਨ ਹੋਏਗਾ। ਉਸ ਤੋਂ ਬਾਅਦ ਜਨਾਬ ਕਿਸਲੇ ਆਪਣੀ ਫਸਲ ਹੋ ਚੁੱਕੀ ਹੋਵੇਗੀ 90 ਤੋਂ 100 ਦਿਨ ਦੀ, ਉਸ ਲਈ ਉਹਦਾ ਦਾਣਾ ਤਕਰੀਬਨ ਮੁਕੰਮਲ ਬਣ ਚੁੱਕਾ ਹੋਏਗਾ ਔਰ ਦਾਣੇ ਨੂੰ ਦੇਖਦੇ ਰਹਿਣਾ ਹੈ, ਚੈੱਕ ਕਰਦੇ ਰਹਿਣਾ ਹੈ, ਮਜ਼ੀਦ ਕਿ ਉਹਨੂੰ ਪਾਣੀ ਵੀ ਨਾਲ ਲਗਾਉਂਦੇ ਰਹਿਣਾ ਕਿ ਪਾਣੀ ਦੀ ਕਿਸੇ ਕਿਸਮ ਦੀ ਕਮੀ ਨਾ ਆਵੇ। ਕਿਸਲੇ ਜਨਾਬ ਆਪਣੀ ਫਸਲ 110 ਦਿਨਾਂ ਦੀ ਹੋਏਗੀ, ਉਸ ਲਈ ਤੁਸੀਂ ਉਹਦੇ ਛੱਲੀ ਨੂੰ ਖੋਲ ਤੇ ਉਹਦੇ ਦਾਣੇ ਨੂੰ ਦੇਖਣਾ ਹੈ। ਅਗਰ ਦਾਣਾ ਨੂੰ ਤੁਸੀਂ ਨਾਖਣ ਲਗਾਵੋ ਔਰ ਦਾਣਾ ਦੇ ਦੋਧੀਆ ਹਾਲਤ ਵਿੱਚ ਮਤਲਬ ਦੁੱਧ ਨਾ ਨਿਕਲੇ, ਸਖਤ ਹੋ ਚੁੱਕਾ ਹੋਵੇ, ਉਹ ਸਮਝ ਲਓ ਕਿ ਤੁਹਾਡੀ ਫਸਲ ਠੀਕ ਹੈ। ਅਗਰ ਉਹਦੇ ਨਾਖਣ ਦਬਾਉਣ ਵਿੱਚ ਦੁੱਧ ਨਿਕਲਦਾ ਹੈ ਤੇ ਸਮਝ ਲਓ ਕਿ ਦਾਣੇ ਕੱਚੇ ਹਨ, ਫਿਰ ਮਜ਼ੀਦ ਤੁਸੀਂ ਉਹਨੂੰ 10 ਦਿਨ ਜੋ ਹੈ ਨਾ ਉਹਨੂੰ ਫੀਲਡ 'ਚ ਖੜੇ ਰਹਿਣ ਦੇਣਾ। 120 ਦਿਨ ਤੋਂ ਲੈ ਕੇ 130 ਦਿਨ ਦੀ ਕਿਸਲੇ ਫਸਲ ਹੋ ਚੁੱਕੀ ਹੋਵੇਗੀ, ਉਸ ਲਈ ਉਹਦੇ ਦਾਣੇ ਬਿਲਕੁਲ ਸਖਤ ਹੋ ਚੁੱਕੇ ਹੋਣਗੇ। ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਤੁੜਵਾ ਲੈਣਾ। ਤੁੜਵਾਉਣ ਤੋਂ ਬਾਅਦ ਪੱਕਾ ਥੜਾ ਇੱਟਾਂ ਵਾਲਾ ਉਹਦੇ ਤੇ ਇਹਨੂੰ ਸੁਕਾਉਣਾ ਹੈ। 5 ਤੋਂ 7 ਦਿਨ ਤੱਕ ਛੱਲੀਆਂ ਧੁੱਪ ਲਗਵਾਉਣੀ ਹੈ। ਧੁੱਪ ਲਗਵਾਉਣ ਤੋਂ ਬਾਅਦ ਅਗਰ ਤੁਸੀਂ ਮਕਈ ਨੂੰ ਸਟਾਕ ਕਰਨਾ ਚਾਹੁੰਦੇ ਜੇ ਤੇ ਉਹਨਾਂ ਛੱਲੀਆਂ ਨੂੰ ਉਵੇਂ ਹੀ ਤੁਸੀਂ ਸਟਾਕ ਕਰ ਸਕਦੇ ਜੇ ਬੋਰੀਆਂ 'ਚ ਤੋੜਿਆਂ 'ਚ ਪਾ ਤੇ। ਅਗਰ ਤੁਸੀਂ ਉਹਨੂੰ ਸੇਲ ਕਰਨਾ ਹੈ ਤੇ ਫਿਰ ਫੌਰੀ ਤੌਰ ਤੇ ਉਹਨਾਂ ਨੂੰ ਤੁਸੀਂ ਕਾਰਨ ਸ਼ੈਲਰ ਜਿਹਨੂੰ ਥ੍ਰੈਸ਼ਰ ਵੀ ਆਖਿਆ ਜਾਂਦਾ ਹੈ, ਮਕਈ ਦਾ ਸ਼ੈਲਰ ਵੀ ਆਖਿਆ ਜਾਂਦਾ ਹੈ, ਉਹਦੇ 'ਚ ਮਕਈ ਪਾ ਲੈਣੀ ਹੈ, ਛੱਲੀਆਂ ਪਾ ਲੈਣੀਆਂ ਨੇ ਔਰ ਉਹਨੂੰ ਅੱਛੇ ਤਰੀਕੇ ਨਾਲ ਗਾਹ ਲੈਣਾ ਹੈ। ਗਾਹਣ ਤੋਂ ਬਾਅਦ ਉਹਨੂੰ ਮਜ਼ੀਦ 5 ਦਿਨ ਧੁੱਪ ਲਵਾਉਣੀ ਹੈ। 5 ਦਿਨ ਧੁੱਪ ਲਗਾਉਣ ਤੋਂ ਬਾਅਦ ਤੁਸੀਂ ਦੇਖੋਗੇ ਕਿ ਉਹਦਾ ਦਾਣਾ ਅੱਛੇ ਤਰੀਕੇ ਨਾਲ ਸਖਤ ਹੋ ਚੁੱਕਾ ਹੈ ਔਰ ਅਗਰ ਉਹਨੂੰ ਕਿਸੇ ਕਿਸਮ ਦੇ ਉਹਦੇ 'ਚ ਨਮੀ ਜਿਹਦੀ ਮਿਕਦਾਰ ਹੈ ਉਹ 10 ਤੋਂ 12% ਹੈ, ਉਸ ਲਈ ਉਹ ਬਿਹਤਰੀਨ ਟਾਈਮ ਹੋਏਗਾ ਸੇਲ ਕਰਨ ਦੇ ਵਾਲੇ ਨਾਲ, ਉਹਨੂੰ ਤੁਸੀਂ ਸੇਲ ਕਰ ਦੇਣਾ। ਆਹ ਸੀ ਜਨਾਬ ਸਾਡੀ ਅੱਜ ਦੀ ਮਕਈ ਦੀ ਟੈਕਨੋਲੋਜੀ। ਇਨਸ਼ਾ ਅੱਲਾਹ ਤਾਲਾ ਆਪਾਂ ਇਸ ਨਾਲੋਂ ਵੀ ਅੱਛੀਆਂ ਮੁਖਤਲਿਫ ਫਸਲਾਂ ਦੇ ਬਾਰੇ ਤੁਹਾਨੂੰ ਟੈਕਨੋਲੋਜੀ ਦੱਸਦੇ ਰਹਾਂਗੇ। ਸਾਡਾ ਚੈਨਲ ਹੈ ਜ਼ਰਾਤ ਆਫੀਸ਼ੀਅਲ, ਇਹਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਇਸ ਨਾਲੋਂ ਅੱਛੀ ਵੀਡੀਓਜ਼ ਤੁਹਾਨੂੰ ਬਾਕਾਇਦਗੀ ਨਾਲ ਮਿਲਦੀਆਂ ਰਹਿਣ। ਸ਼ੁਕਰੀਆ।